Good morning, students. Today we are going to chapter number 5, Nanni Kali, from our reader book Nikke Nikke Khamb. नन्ही कली कली आखਦੇ ਨੇ ਬੱਚੀ ਨੂੰ ਨੰਨੀ ਯਾਨੀ ਕਿ ਛੋਟੀ ਨੰਨੀ ਕਲੀ ਛੋਟੀ ਬੱਚੀ। ਤਾਂ ਬੱਚੋ ਵੇਖਦੇ ਹਾਂ ਕਿ ਇਹ ਨੰਨੀ ਜੀ ਕਲੀ ਕਿਸ ਨੂੰ ਕਦੋਂ ਤੇ ਕਿੱਥੇ ਮਿਲਦੀ ਹੈ। ਇਸ ਕਹਾਣੀ ਦੀ ਮੇਨ ਜੋ ਕਰੈਕਟਰ ਹੈ ਪਾਤਰ ਹੈ ਉਹ ਹੈ ਪ੍ਰੀਤੀ। ਪ੍ਰੀਤੀ ਕੌਣ ਹੈ, ਇਸ ਨੂੰ ਇਹ ਬੱਚੀ ਕਦੋਂ ਮਿਲਦੀ ਹੈ ਤੇ ਉਹ ਉਸਦਾ ਕੀ ਕਰਦੀ ਹੈ ਅੱਗੇ। ਤਾਂ ਆਓ ਜਾਣਦੇ ਹਾਂ। ਤੇ ਇਸ ਕਹਾਣੀ ਦਾ ਮੰਤਵ ਕੀ ਹੈ, ਇਸ ਦਾ ਉਦੇਸ਼ ਹੈ ਕਿ ਲੋਕਾਂ ਨੂੰ ਇਹ ਦੱਸਣਾ ਕਿ ਸਾਨੂੰ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਭੇਦਭਾਵ ਨਹੀਂ ਕਰਨਾ ਚਾਹੀਦਾ। ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਹਨ, ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਜੋ ਉਹਨਾਂ ਦੀ ਕਦਰ ਨਹੀਂ ਕਰਦੇ ਉਹ ਸਮਾਜ ਦੇ ਦੁਸ਼ਮਣ ਹਨ। ਤਾਂ ਆਓ ਇਸ ਦੀ ਰੀਡਿੰਗ ਕਰਦੇ ਹਾਂ। ਪ੍ਰੀਤੀ ਇੱਕ ਬਹਾਦਰ ਬੱਚੀ ਸੀ। ਉਹ 6ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਹ ਆਪਣੇ ਪਿੰਡ ਦੇ ਨੇੜਲੇ ਸ਼ਹਿਰ ਵਿੱਚ ਸਾਈਕਲ 'ਤੇ ਪੜ੍ਹਨ ਜਾਂਦੀ ਸੀ। ਤਾਂ ਪ੍ਰੀਤੀ ਕੌਣ ਹੈ? ਪ੍ਰੀਤੀ ਇੱਕ ਬਹਾਦਰ ਬੱਚੀ ਹੈ ਜੋ 6ਵੀਂ ਵਿੱਚ ਪੜ੍ਹਦੀ ਹੈ ਅਤੇ ਆਪਣੇ ਸ਼ਹਿਰ ਵਿੱਚ ਨੇੜਲੇ ਸ਼ਹਿਰ ਦੇ ਵਿੱਚ ਪੜ੍ਹਨ ਜਾਂਦੀ ਹੈ ਸਕੂਲ ਵਿੱਚ। ਕਿਸ 'ਤੇ ਜਾਂਦੀ ਹੈ? ਸਾਈਕਲ 'ਤੇ। ਪ੍ਰੀਤੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ। ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ। ਸਕੂਲ ਵਿੱਚ ਜਦੋਂ ਵੀ ਗਾਇਨ ਮੁਕਾਬਲਾ ਹੁੰਦਾ ਪਹਿਲਾ ਇਨਾਮ ਉਸਨੂੰ ਹੀ ਮਿਲਦਾ। ਪਿਛਲੇ ਸਾਲ ਵਾਂਗ ਇਸ ਸਾਲ ਵੀ ਗਣਤੰਤਰਤਾ ਦਿਵਸ 'ਤੇ ਉਸਨੂੰ ਆਪਣੀ ਟੀਮ ਨਾਲ ਰਾਸ਼ਟਰੀ ਗਾਨ ਗਾਉਣਾ ਸੀ। ਗਣਤੰਤਰਤਾ ਦਿਵਸ 26 ਜਨਵਰੀ, ਰਾਸ਼ਟਰੀ ਗਾਨ ਮਤਲਬ ਨੈਸ਼ਨਲ ਐਂਥਮ। ਤਾਂ ਪ੍ਰੀਤੀ ਨੂੰ ਕਿਸ ਚੀਜ਼ ਦਾ ਸ਼ੌਂਕ ਸੀਗਾ? ਉਸਨੂੰ ਗਾਉਣ ਦਾ ਸ਼ੌਂਕ ਸੀਗਾ। ਅਤੇ ਉਸਨੇ ਕੀ ਕਰਨਾ ਸੀ? ਉਸਨੇ ਗਣਤੰਤਰਤਾ ਦਿਵਸ 'ਤੇ ਆਪਣੀ ਟੀਮ ਨਾਲ ਰਾਸ਼ਟਰੀ ਗਾਨ ਗਾਉਣਾ ਸੀ। ਗਣਤੰਤਰਤਾ ਦਿਵਸ ਨੇੜੇ ਆ ਰਿਹਾ ਸੀ। ਸਮਾਰੋਹ ਸ਼ਹਿਰ ਦੇ ਵੱਡੇ ਮੈਦਾਨ ਵਿੱਚ ਹੋਣਾ ਸੀ। ਪ੍ਰੀਤੀ ਨੇ ਆਪਣੀ ਟੀਮ ਨੂੰ ਰਾਸ਼ਟਰੀ ਗਾਨ ਦਾ ਪੂਰਾ ਅਭਿਆਸ ਕਰਵਾਇਆ ਹੋਇਆ ਸੀ। ਇੱਕ ਦਿਨ ਪ੍ਰੀਤੀ ਨੇ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚ ਇੱਕ ਪੁਸਤਕ ਪੜ੍ਹੀ। ਉਹ ਜਾਣਨਾ ਚਾਹੁੰਦੀ ਸੀ ਕਿ ਜਿਸ ਰਾਸ਼ਟਰੀ ਗਾਨ ਨੂੰ ਉਹ ਛੋਟੀ ਹੁੰਦੀ ਗਾਉਂਦੀ ਆ ਰਹੀ ਹੈ ਉਸ ਬਾਰੇ ਜਾਣਨਾ ਤਾਂ ਸਹੀ, ਯਾਨੀ ਕਿ ਉਸ ਦੇ ਬਾਰੇ ਜਾਣੇ ਤਾਂ ਉਹ ਸਹੀ। ਉਸਨੂੰ ਪਤਾ ਲੱਗਾ ਕਿ ਇਸ ਰਾਸ਼ਟਰੀ ਗਾਨ ਦੀ ਰਚਨਾ ਮਹਾਕਵੀ ਰਵਿੰਦਰ ਨਾਥ ਟੈਗੋਰ ਜੀ ਨੇ ਕੀਤੀ ਹੈ। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇਸ ਦੀ ਰਚਨਾ ਕਿਸਨੇ ਕੀਤੀ ਹੈ? ਗੁਰੂ ਰਵਿੰਦਰ ਨਾਥ ਟੈਗੋਰ ਜੀ ਨੇ। ਇਹ ਬੰਗਲਾ ਭਾਸ਼ਾ ਦੇ ਇੱਕ ਰਸਾਲਾ ਹੁੰਦਾ ਹੈ ਮੈਗਜ਼ੀਨ ਵਿੱਚੋਂ ਭਾਰਤ ਵਿਧਾਤਾ ਸਿਰਲੇਖ ਮਤਲਬ ਇਸ ਰਾਸ਼ਟਰੀ ਗਾਨ ਦੀ ਹੈਡਿੰਗ ਦਿੱਤੀ ਹੋਈ ਸੀ ਭਾਰਤ ਵਿਧਾਤਾ, ਉਸ ਦੇ ਵਿੱਚ ਇਹ ਛਪਿਆ ਹੋਇਆ ਸੀ। ਗਣਤੰਤਰ ਦਿਵਸ ਵਿੱਚ ਕੇਵਲ 21 ਦਿਨ ਬਾਕੀ ਰਹਿ ਗਿਆ ਸੀ। ਸਮਾਰੋਹ ਦੀ ਸਾਰੀ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਸਾਰੇ ਵਿਦਿਆਰਥੀਆਂ ਨੂੰ ਸਵੇਰੇ 7 ਵਜੇ ਤੱਕ ਸਕੂਲ ਪਹੁੰਚਣ ਦਾ ਆਦੇਸ਼ ਮਤਲਬ ਹੁਕਮ ਸੀ। ਉਸ ਦਿਨ ਪ੍ਰੀਤੀ ਨੇ ਵੀ ਨਹਾ ਧੋ ਕੇ ਨਾਸ਼ਤਾ ਕੀਤਾ। ਉਸਨੇ ਆਪਣਾ ਸਾਈਕਲ ਚੁੱਕਿਆ ਤੇ ਸ਼ਹਿਰ ਵੱਲ ਰਵਾਨਾ ਹੋ ਗਈ। ਅਜੇ ਉਹ ਸ਼ਹਿਰ ਕੋਲ ਪੁੱਜੀ ਹੀ ਸੀ ਕਿ ਉਸਨੂੰ ਸੜਕ ਦੇ ਕਿਨਾਰੇ ਝਾੜੀਆਂ ਵਿੱਚੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੇ ਆਪਣਾ ਸਾਈਕਲ ਉੱਥੇ ਹੀ ਖੜਾ ਕਰ ਦਿੱਤਾ। ਉਸਨੇ ਇੱਕ ਝਾੜੀ ਪਿੱਛੇ ਜਾ ਕੇ ਵੇਖਿਆ ਤਾਂ ਦੰਗ ਰਹਿ ਗਈ। ਦੰਗ ਮਤਲਬ ਹੈਰਾਨ ਰਹਿ ਗਈ। ਕੱਪੜੇ ਵਿੱਚ ਲਿਪਟਿਆ ਇੱਕ ਛੋਟਾ ਜਿਹਾ ਬੱਚਾ ਚੀਕ ਰਿਹਾ ਸੀ। ਹੈਂ ਬੱਚਾ ਇੱਥੇ ਕਿਵੇਂ? ਪ੍ਰੀਤੀ ਦੇ ਮਨ ਵਿੱਚ ਇੱਕਦਮ ਕਈ ਸਵਾਲ ਪੈਦਾ ਹੋ ਗਏ। ਇਸ ਦੀ ਮਾਂ ਕਿੱਥੇ ਹੈ? ਉਹ ਇਸ ਨੂੰ ਇੱਥੇ ਕਿਉਂ ਛੱਡ ਗਈ? ਇੱਧਰ ਉੱਧਰ ਰਿੜਨ ਕਾਰਨ ਝਾੜੀਆਂ ਨੇ ਉਸ ਬੱਚੇ ਦਾ ਸਰੀਰ ਪੱਛ ਦਿੱਤਾ ਸੀਗਾ, ਯਾਨੀ ਕਿ ਉਸਦੇ ਸਰੀਰ 'ਤੇ ਸਾਰੇ ਨੁਕੀਲੇ ਕਾਂਟੇ ਚੁੱਭ ਗਏ ਸਨ। ਪ੍ਰੀਤੀ ਨੇ ਸਮਾਂ ਖਰਾਬ ਕਰਨਾ ਠੀਕ ਨਾ ਸਮਝਿਆ। ਉਸਨੇ ਹਿੰਮਤ ਕੀਤੀ ਤੇ ਕੱਪੜਿਆਂ ਵਿੱਚ ਲਿਪਟੇ ਬੱਚੇ ਨੂੰ ਹੱਥਾਂ ਵਿੱਚ ਚੁੱਕ ਲਿਆ। ਉਹ ਸੜਕ 'ਤੇ ਆ ਗਈ। ਉਹ ਬੱਚੇ ਨੂੰ ਹੌਲੀ ਹੌਲੀ ਸਹਿਲਾਉਣ ਲੱਗੀ ਮਤਲਬ ਪਿਆਰ ਕਰਨ ਲੱਗੀ। ਉਹ ਇੱਧਰ ਉੱਧਰ ਕਿਸੇ ਦੇ ਆਉਣ ਦੀ ਉਡੀਕ ਕਰਨ ਲੱਗੀ। ਉਡੀਕ ਮਤਲਬ ਇੰਤਜ਼ਾਰ। ਪਰ ਕਾਫੀ ਦੇਰ ਤੱਕ ਉਸਨੂੰ ਕੋਈ ਨਜ਼ਰ ਨਾ ਆਇਆ। ਅਚਾਨਕ ਉਸਦੀ ਨਜ਼ਰ ਆਪਣੇ ਪਿੰਡ ਵੱਲੋਂ ਸ਼ਹਿਰ ਨੂੰ ਆਉਂਦੀ ਇੱਕ ਕਾਰ ਉੱਤੇ ਪਈ। ਪ੍ਰੀਤੀ ਨੂੰ ਨਹੀਂ ਸੀ ਪਤਾ ਕਿ ਉਸ ਕਾਰ ਵਿੱਚ ਕੌਣ ਹੈ। ਉਸਨੇ ਝਟਪਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਰੁਕ ਗਈ। ਕਾਰ ਦੇ ਅੰਦਰ ਬੈਠੇ ਇੱਕ ਆਦਮੀ ਨੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ। ਪ੍ਰੀਤੀ ਨੇ ਉਸ ਆਦਮੀ ਨੂੰ ਝਟ ਪਛਾਣ ਲਿਆ।
ਉਹ ਉਹਦੇ ਪਿੰਡ ਦੇ ਸਰਪੰਚ ਸਾਹਿਬ ਸਨ। ਉਹ ਵੀ ਗਣਤੰਤਰਤਾ ਦਿਵਸ ਵਾਲੇ ਸਮਾਗਮ ਵਿੱਚ ਭਾਗ ਲੈਣ ਲਈ ਸ਼ਹਿਰ ਵੱਲ ਜਾ ਰਹੇ ਸਨ। ਅੰਕਲ ਜੀ, ਮੈਂ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸਾਂ। ਇੱਥੋਂ ਲੰਘਦੀ ਨੇ ਅਚਾਨਕ ਇਸ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਮੈਂ ਸਾਈਕਲ ਰੋਕ ਕੇ ਵੇਖਿਆ। ਇਹ ਬੱਚੀ ਝਾੜੀਆਂ ਪਿੱਛੇ ਉੱਚੀ ਉੱਚੀ ਰੋ ਰਹੀ ਸੀ। ਆਹ ਵੇਖੋ ਨਾ। ਓਹੋ, ਇਹ ਤਾਂ ਨੰਨੀ ਗਲੀ ਹੈ। ਸਰਪੰਚ ਸਾਹਿਬ ਨੇ ਇੱਕ ਲੰਬਾ ਹੋਕਾ ਲਿਆ। ਹੋਕਾ ਮਤਲਬ ਲੰਬਾ ਸਾਹ ਲਿਆ। ਉਹ ਪ੍ਰੀਤੀ ਦੇ ਹੱਥੋਂ ਉਸ ਬੱਚੀ ਨੂੰ ਆਪਣੀ ਬਾਹਾਂ ਵਿੱਚ ਸੰਭਾਲਦੇ ਹੋਏ ਕੁਝ ਪਲ ਲਈ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਏ। ਸਰਪੰਚ ਜੀ ਕਹਿਣ ਲੱਗੇ, ਬੇਟੀ, ਤੂੰ ਤਾਂ ਇਸ ਬੱਚੀ ਨੂੰ ਸੰਭਾਲ ਕੇ ਚੰਗਾ ਕੀਤਾ। ਮੈਂ ਤੇਰੇ ਪਿਤਾ ਜੀ ਨੂੰ ਜਾਣਦਾ ਹਾਂ। ਤੂੰ ਹਰਪਾਲ ਸਿੰਘ ਜੀ ਦੀ ਬੇਟੀ ਹੈ ਨਾ? ਪ੍ਰੀਤੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਸਰਪੰਚ ਸਾਹਿਬ ਤੁਰੰਤ ਬੱਚੀ ਨੂੰ ਲੈ ਕੇ ਸ਼ਹਿਰ ਵੱਲ ਰਵਾਨਾ ਹੋ ਗਏ। ਪ੍ਰੀਤੀ ਨੇ ਆਪਣਾ ਸਾਈਕਲ ਚੁੱਕਿਆ ਤੇ ਫਿਰ ਤੇਜ਼ੀ ਨਾਲ ਸਮਾਰੋਹ ਵੱਲ ਵਧਣ ਲੱਗੀ। ਪ੍ਰੀਤੀ ਸਮਾਗਮ ਵਿੱਚ ਪਹੁੰਚੀ ਤਾਂ ਉਸਨੂੰ ਦੇਰ ਨਾਲ ਆਏ ਵੇਖ ਕੇ ਇੰਚਾਰਜ ਅਧਿਆਪਿਕਾ ਇੱਕਦਮ ਅੱਗ ਬਬੂਲਾ ਹੋ ਗਈ। ਅੱਗ ਬਬੂਲਾ ਮਤਲਬ ਗੁੱਸੇ ਵਿੱਚ ਆ ਗਈ। ਪਰੰਤੂ ਪ੍ਰੀਤੀ ਚੁੱਪ ਰਹੀ। ਹੁਣ ਤੱਕ ਉਸਦੀ ਥਾਂ ਤੇ ਕਿਸੇ ਹੋਰ ਸਕੂਲ ਦੀ ਵਿਦਿਆਰਥਣ ਟੀਮ ਨਾਲ ਰਾਸ਼ਟਰੀ ਗਾਨ ਗਾਉਣ ਲਈ ਮੰਚ ਤੇ ਪਹੁੰਚ ਚੁੱਕੀ ਸੀ। ਰਾਸ਼ਟਰੀ ਗਾਨ ਹੋਇਆ। ਇਸ ਤੋਂ ਬਾਅਦ ਹੋਰ ਦੇਸ਼ ਭਗਤੀ ਦੇ ਗੀਤ ਹੋਏ। ਮੁੱਖ ਮਹਿਮਾਨ ਹੋਰ ਮਹਿਮਾਨਾਂ ਨਾਲ ਗੀਤ ਸੁਣ ਕੇ ਖੁਸ਼ ਹੋ ਰਹੇ ਸਨ। ਤਦ ਪਿੰਡ ਦੇ ਸਰਪੰਚ ਸਾਹਿਬ ਵੀ ਮੁੱਖ ਮਹਿਮਾਨ ਜੀ ਕੋਲ ਜਾ ਪਹੁੰਚੇ। ਉਹ ਉਸ ਬੱਚੀ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾ ਆਏ ਸਨ। ਉਹਨਾਂ ਨੇ ਮੁੱਖ ਮਹਿਮਾਨ ਜੀ ਨੂੰ ਸਾਰੀ ਘਟਨਾ ਬਾਰੇ ਉਹਨਾਂ ਦੇ ਕੰਨ 'ਚ ਜਾ ਦੱਸਿਆ। ਹੁਣ ਮੁੱਖ ਮਹਿਮਾਨ ਜੀ ਦੇ ਬੋਲਣ ਦੀ ਵਾਰੀ ਆਈ। ਉਹ ਬੋਲ ਰਹੇ ਸਨ, ਅੱਜ ਜਿਹੜੇ ਬੱਚਿਆਂ ਨੂੰ ਅਲੱਗ-ਅਲੱਗ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਸਨਮਾਨਿਤ ਕੀਤਾ ਜਾਣਾ ਹੈ। ਖੇਤਰ ਹੁੰਦਾ ਹੈ ਅਲੱਗ-ਅਲੱਗ ਫੀਲਡ ਦੇ ਵਿੱਚ ਮੱਲਾਂ ਮਾਰਨੀਆਂ, ਯਾਨੀ ਕਿ ਜਿੱਤਾਂ ਹਾਸਿਲ ਕਰਨੀਆਂ, ਯਾਨੀ ਕਿ ਜਿਹੜੇ ਫੀਲਡ ਵਿੱਚ ਜਿਹੜਾ ਬੱਚਾ ਜਿੱਤਿਆ ਹੈ ਉਸਨੂੰ ਸਨਮਾਨਿਤ ਕਰਨਾ ਸੀਗਾ, ਇਨਾਮ ਦਿੱਤੇ ਜਾਣੇ ਸਨ। ਉਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ। ਪਰ ਅੱਜ ਇੱਕ ਵਿਸ਼ੇਸ਼ ਪੁਰਸਕਾਰ ਦਿੰਦਿਆਂ ਮੈਨੂੰ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਸਰਪੰਚ ਸਾਹਿਬ ਨੇ ਹੁਣੇ ਮੈਨੂੰ ਦੱਸਿਆ ਹੈ ਕਿ 6ਵੀਂ ਜਮਾਤ ਦੀ ਲੜਕੀ ਪ੍ਰੀਤੀ ਨੇ ਸ਼ਹਿਰ ਤੋਂ ਬਾਹਰ ਸੜਕ ਕਿਨਾਰੇ ਝਾੜੀਆਂ ਵਿੱਚੋਂ ਪਈ ਇੱਕ ਨੰਨੀ ਬੱਚੀ ਨੂੰ ਬਚਾਉਣ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਉਸ ਬੱਚੀ ਨੂੰ ਸਰਪੰਚ ਸਾਹਿਬ ਹੁਣੇ ਹੀ ਹਸਪਤਾਲ ਦਾਖਲ ਕਰਵਾ ਕੇ ਆਏ ਹਨ। ਅਸੀਂ ਸਮਾਗਮ ਤੋਂ ਬਾਅਦ ਉੱਥੇ ਜਾਵਾਂਗੇ ਤਾਂ ਜੋ ਬੱਚੀ ਨੂੰ ਸਹੀ ਥਾਂ ਤੇ ਰੱਖਿਆ ਜਾ ਸਕੇ। ਮੈਂ ਪ੍ਰੀਤੀ ਦਾ ਨਾਂ ਮੁੱਖ ਮੰਤਰੀ ਜੀ ਕੋਲ ਸਿਫਾਰਿਸ਼ ਕਰਕੇ ਭੇਜ ਰਿਹਾ ਹਾਂ ਤਾਂ ਜੋ ਇਸ ਨੂੰ ਬਹੁਤ ਵੱਡੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾ ਸਕੇ। ਉਸਦੇ ਨਾਲ ਹੀ ਮੈਂ ਉਸਦੀ ਮਾਂ ਨੂੰ ਵੀ, ਯਾਨੀ ਕਿ ਛੋਟੀ ਬੱਚੀ ਦੀ ਮਾਂ ਨੂੰ ਵੀ ਲਾਹਨਤਾਂ ਪਾਉਂਦਾ ਹਾਂ, ਜਿਸ ਨੇ ਬੱਚੀ ਦੀ ਕਦਰ ਨਾ ਕਰਦਿਆਂ ਉਸਨੂੰ ਝਾੜੀਆਂ ਵਿੱਚ ਮਰਨ ਲਈ ਸੁੱਟ ਦਿੱਤਾ। ਮੈਂ ਸਮਾਜ ਨੂੰ ਵੀ ਲਾਹਨਤ ਪਾਉਂਦਾ ਹਾਂ ਜੋ ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਰਹੇ ਸਨ। ਯਾਨੀ ਕਿ ਉਸ ਬੱਚੀ ਨੂੰ ਉਸਦੇ ਮਾਪਿਆਂ ਨੇ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਕਿਉਂਕਿ ਉਹ ਇੱਕ ਲੜਕੀ ਸੀਗੀ। ਪ੍ਰੀਤੀ ਲਈ ਇਹ ਸਭ ਕੁਝ ਅਚੰਭਾ ਸੀ। ਅਚੰਭਾ ਮਤਲਬ ਹੈਰਾਨ ਹੋ ਰਹੀ ਸੀ ਕਿ ਇਸ ਤਰ੍ਹਾਂ ਵੀ ਸਮਾਜ ਵਿੱਚ ਹੁੰਦਾ ਹੈ। ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਜਦੋਂ ਉਹ ਮੰਚ ਤੇ ਇਨਾਮ ਪ੍ਰਾਪਤ ਕਰ ਰਹੀ ਸੀ ਤਾਂ ਪੂਰਾ ਮੈਦਾਨ ਤਾਲੀਆਂ ਨਾਲ ਗੂੰਜ ਰਿਹਾ ਸੀ। ਯਾਨੀ ਕਿ ਸਭ ਲੋਕਾਂ ਨੇ ਤਾਲੀਆਂ ਨਾਲ ਪ੍ਰੀਤੀ ਦੀ ਵਾਹ-ਵਾਹ ਕੀਤੀ। ਜਦੋਂ ਮੰਤਰੀ ਜੀ ਸਟੇਜ ਤੋਂ ਉਤਰੇ, ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਾਫ਼ ਦਿਖ ਰਹੇ ਸਨ। ਹੰਝੂ ਯਾਨੀ ਕਿ ਆਂਸੂ। ਤਾਂ ਬੱਚਿਓ, ਦਰਸ਼ਨ ਸਿੰਘ ਆਸ਼ਟ ਦੁਆਰਾ ਇਹ ਕਹਾਣੀ ਲਿਖੀ ਗਈ ਹੈ ਕਿ ਸਾਨੂੰ ਕੁੜੀਆਂ ਦੀ ਕਦਰ ਕਰਨੀ ਚਾਹੀਦੀ ਹੈ। ਉਹ ਵੀ ਮੁੰਡਿਆਂ ਦੇ ਬਰਾਬਰ ਹਨ। ਉਹਨਾਂ ਨੂੰ ਚੰਗਾ ਪੜ੍ਹਾਇਆ ਲਿਖਾਇਆ ਜਾਵੇ ਤਾਂ ਉਹ ਵੀ ਮੁੰਡਿਆਂ ਦੇ ਬਰਾਬਰ ਅੱਗੇ ਵਧ ਸਕਦੀਆਂ ਹਨ, ਉੱਚੇ ਦਰਜਿਆਂ ਤੇ ਪਹੁੰਚ ਸਕਦੀਆਂ ਹਨ। ਤਾਂ ਬੱਚਿਓ, ਅਸੀਂ ਇਹ ਸਿੱਖਿਆ ਇਸ ਕਹਾਣੀ ਤੇ ਕਿ ਕੁੜੀਆਂ ਤੇ ਮੁੰਡੇ ਬਰਾਬਰ ਹਨ ਤੇ ਕੁੜੀਆਂ ਦੀ ਕਦਰ ਕਰਨੀ ਚਾਹੀਦੀ ਹੈ।